90% कैनेडियन फैमिलीज जो हैं, वो सालाना जो कैपिटल गेन कमाती हैं, वो $1000 या उससे भी कम होता है। तो उन पे इस लॉ की तब्दीली से कोई फ़र्क नहीं पड़ेगा। जो कैनेडियंस इसमें सबसे ज़्यादा असरअंदाज होंगे, वो वही हैं जो कि हमारी इनकम डिस्ट्रीब्यूशन में टॉप 10% में होते हैं, और टॉप 10% में भी जो आधे से ज़्यादा इस टैक्स की हिट लगेगी या जो कॉस्ट पे करनी पड़ेगी, वो टॉप 1% या टॉप 0.1% लोगों को या फैमिलीज़ को पे करना पड़ेगी। ਅੱਜ ਮੰਗਲਵਾਰ ਤੋਂ 250,000 ਤੋਂ ਵੱਧ ਦੇ ਪੂੰਜੀ ਲਾਭ ਵਾਲੇ ਵਿਅਕਤੀ 67% ਟੈਕਸ ਦਰ ਦੇ ਅੰਦਰ ਆਉਣਗੇ, ਜੋ ਕਿ ਪਹਿਲਾਂ 50% ਸੀ, ਅਤੇ ਕਾਰਪੋਰੇਸ਼ਨਸ ਲਈ ਸਾਰੇ ਪੂੰਜੀ ਲਾਭ ਹੁਣ 2/3 ਟੈਕਸ ਦਰ ਦੇ ਅਧੀਨ ਹੋਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਟੈਕਸ ਨਿਰਪੱਖਤਾ ਵਿੱਚ ਸੁਧਾਰ ਹੋਵੇਗਾ ਅਤੇ 5 ਸਾਲਾਂ ਵਿੱਚ ਫੈਡਰਲ ਮੁਨਾਫੇ ਵਿੱਚ $19.4 ਬਿਲੀਅਨ ਦਾ ਵਾਧਾ ਹੋਏਗਾ। ਬਜਟ 2024 ਅਨੁਸਾਰ ਇਸ ਬਦਲਾਵ ਨਾਲ ਇਸ ਵਿੱਤੀ ਸਾਲ ਵਿੱਚ ਅੰਦਾਜ਼ਨ $6.9 ਬਿਲੀਅਨ ਦਾ ਮੁਨਾਫਾ ਹੋਏਗਾ। ਟੈਕਸ ਬਦਲਾਵ ਮੇਨ ਰਿਹਾਇਸ਼ ਅਤੇ ਬਿਜ਼ਨਸ ਵਾਲੀ ਜਾਇਦਾਦ ਤੋਂ ਇਲਾਵਾ ਹੋਰ ਕਿਸੇ ਵੀ ਘਰ ਜਾਂ ਜਾਇਦਾਦ ਜਾਂ ਨਿਵੇਸ਼ ਦੀ ਵਿਕਰੀ ਤੋਂ ਕੀਤੇ ਮੁਨਾਫਿਆਂ ਤੇ ਲਾਗੂ ਹੋਏਗਾ, ਜਿਸ ਵਿੱਚ ਸਟਾਕਸ ਜਾਂ ਬੌਂਡਸ ਅਤੇ ਫੈਮਿਲੀ ਕਾਟੇਜ ਵੀ ਸ਼ਾਮਲ ਹਨ। ਨਵੀਂ ਟੈਕਸ ਦਰ ਮੌਜੂਦਾ ਟੈਕਸ ਦਰ ਨੂੰ ਨਹੀਂ ਬਦਲਦੀ, ਜੋ ਕਿ ਇੱਕ ਵਿਅਕਤੀ ਜਾਂ ਕਾਰਪੋਰੇਸ਼ਨ ਦੀ ਸੀਮਾਂਤ ਦਰ ਹੁੰਦੀ ਹੈ, ਪਰ ਉਸ ਲਾਭ ਦੇ ਟੈਕਸਯੋਗ ਹਿੱਸੇ ਨੂੰ ਵਧਾਉਂਦੀ ਹੈ। ਲਿਬਰਲਸ ਦਾ ਕਹਿਣਾ ਹੈ ਕਿ ਇਹ ਵਾਧਾ ਸਿਰਫ 0.13% ਕੈਨੇਡੀਅਨਸ ਦੀ ਪੂੰਜੀ ਲਾਭ ਆਮਦਨੀ ਨੂੰ ਪ੍ਰਭਾਵਿਤ ਕਰੇਗਾ, ਅਤੇ ਦੂਜੇ ਪਾਸੇ ਛੋਟੇ ਕਾਰੋਬਾਰਾਂ ਤੋਂ ਲੈ ਕੇ ਮੈਡੀਕਲ ਪੇਸ਼ੇਵਰ ਅਤੇ ਕਿਸਾਨਾਂ ਤੱਕ ਦੇ ਸਮੂਹਾਂ ਨੇ ਇਸ ਕਾਨੂੰਨ ਵਿੱਚ ਤੁਰੰਤ ਤਬਦੀਲੀਆਂ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ CFIB ਦੁਆਰਾ ਜਾਰੀ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਕੈਨੇਡਾ ਵਿੱਚ ਸਾਰੇ ਛੋਟੇ ਕਾਰੋਬਾਰੀ ਮਾਲਕਾਂ ਵਿੱਚੋਂ ਅੱਧੇ ਇਸ ਤਬਦੀਲੀ ਨਾਲ ਪ੍ਰਭਾਵਿਤ ਹੋਣਗੇ, ਅਤੇ 45% ਨੇ ਕਿਹਾ ਕਿ ਟੈਕਸ ਉਹਨਾਂ ਨਿਵੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਜੋ ਉਹਨਾਂ ਦੇ ਨਿੱਜੀ ਨਿਵੇਸ਼ ਹਨ। ਇਹਨਾਂ ਛੋਟੇ ਕਾਰੋਬਾਰਾਂ ਵਿੱਚ ਉਹ ਸਮੂਹ ਵੀ ਸ਼ਾਮਿਲ ਹਨ ਜੋ ਕਿਸਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਪੂਰੇ ਕੈਨੇਡਾ ਵਿੱਚ ਪਰਿਵਾਰਿਕ ਮਾਲਕੀ ਵਾਲੇ ਖੇਤ ਵੀ ਇਸ ਬਿੱਲ ਕਾਰਨ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਹੋਣਗੇ। ਉਧਰ ਜ਼ਿਆਦਾਤਰ ਫੈਮਿਲੀ ਡਾਕਟਰਸ ਨੂੰ ਟੈਕਸ ਭਰਨ ਲਈ ਕਾਰਪੋਰੇਸ਼ਨ ਮੰਨਿਆ ਜਾਂਦਾ ਹੈ, ਅਤੇ ਉਹ ਹੁਣ ਨਵੀਂ ਦਰ ਦੇ ਅਧੀਨ ਆਉਣਗੇ, ਅਤੇ ਖਦਸ਼ਾ ਹੈ ਕਿ ਇਸ ਕਦਮ ਨਾਲ ਫੈਮਿਲੀ ਡਾਕਟਰ ਬਣਨ ਦੇ ਇੱਛੁਕ ਡਾਕਟਰਸ ਆਪਣੇ ਫੈਸਲੇ ਬਾਰੇ ਦੁਚਿੱਤੀ ਵਿੱਚ ਪੈ ਸਕਦੇ ਹਨ। कि मेडिकल प्रोफेशनल्स में ये बहुत रुझान पैदा हो गया कि वो अपने प्रोफेशनल स्टेटस को इनकॉर्पोरेट कर लें, क्योंकि ये एक टैक्स प्लानिंग स्ट्रेटजी थी। हेल्थ जो है वो एक प्रोविंशियल मैटर है। ये जो गेन्स टैक्स का इंक्लूजन रेट इंक्रीज हुआ है, उससे अब उनका जो ये प्रेफरेंशियल स्टेटस है या जो ये टैक्स प्लानिंग स्ट्रेटजी थी, वो थोड़ी सी नॉट एज प्रॉफिटेबल हो जाएगी उनके लिए। ਹਾਲਾਂਕਿ ਤਬਦੀਲੀ ਹੁਣ ਪ੍ਰਭਾਵੀ ਹੈ, ਸਵਾਲ ਇਹ ਹੈ ਕਿ ਕੀ ਸਰਕਾਰ ਅਜੇ ਵੀ ਇਸ ਵਿੱਚ ਕੁਝ ਬਦਲਾਵ ਕਰ ਸਕਦੀ ਹੈ। ਟੈਕਸ ਪਰਿਵਰਤਨ ਦੇ ਵਿਧਾਨਕ ਵੇਰਵਿਆਂ ਨੂੰ ਫਾਲ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ। ਜਦੋਂ ਸੰਸਦ ਫਾਲ ਲਈ ਵਾਪਸ ਆਏਗੀ, ਉਦੋਂ ਬਿੱਲ ਤੇ ਵੋਟਿੰਗ ਹੋਏਗੀ। ਰਾਧਿਕਾ ਸ਼ਰਮਾ, ਆਮਨੀ ਨਿਊਜ਼।